ਗੁਰਮਤਿ ਵਿਚਾਰ ਦੀ ਆਰੰਭਤਾ ਤੋਂ ਪਹਿਲੋਂ ਦੀਵਾਨ ਦੀ ਮਰਿਆਦਾ ਅਨੁਸਾਰ ਦਾਸਰੇ ਵੱਲੋਂ ਸਨਿਮਰ ਫਤਿਹ ਆਪ ਜੀਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੇਵ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਲੜੀਵਾਰ ਵਿਚਾਰ ਦੇ ਪ੍ਰਸੰਗ ਦੇ ਵਿੱਚ ਚੱਲ ਰਹੀ ਹੈ। 24 ਅਸ਼ਟਪਦੀਆਂ ਹਨ ਤੇ ਸੁਖਮਨੀ ਸਾਹਿਬ ਦਾ ਮੁੱਖ ਵਿਸ਼ਾ ਹੈ ਅੰਮ੍ਰਿਤ ਪ੍ਰਭ ਨਾਮ ਦਾ। ਉਸ ਦੀ ਸੋਝੀ ਦਿੱਤੀ ਗਈ ਹੈ, ਨਾਮ ਦੇ ਨਾਲ ਜੁੜਨ ਦੀ ਤਾਕੀਦ ਕੀਤੀ ਗਈ ਹੈ, ਨਾਮ ਦੀ ਵਿਆਖਿਆ ਕੀਤੀ ਗਈ ਹੈ। ਨਾਮ ਦੇ ਨਾਲ ਜੁੜਨ ਦੇ ਵਿੱਚ ਜੋ ਰੁਕਾਵਟਾਂ, ਜੋ ਸਮੱਸਿਆਵਾਂ ਆਉਂਦੀਆਂ ਹਨ, ਉਹਨਾਂ ਦਾ ਜ਼ਿਕਰ ਕੀਤਾ ਗਿਆ ਪਾਤਸ਼ਾਹ ਵੱਲੋਂ। ਉਹਨਾਂ ਨੂੰ ਦੂਰ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਗੁਰੂ ਦੇਵ ਜੀ ਵੱਲੋਂ। ਇਸ ਦਾ ਮਤਲਬ, ਇਸ ਦਾ ਭਾਵ, ਇਸ ਦਾ ਅਰਥ ਇਹ ਹੈ ਸਾਧ ਸੰਗਤ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਰਾਹ ਦੱਸ ਦਿੱਤਾ, ਮਾਰਗ ਦੱਸ ਦਿੱਤਾ, ਤੇ ਉਹ ਤੋਂ ਸੇਧ ਲੈ ਕੇ ਮੰਜ਼ਿਲ ਦੇ ਉੱਪਰ ਪਹੁੰਚਣਾ ਇਹ ਸਾਡੀ ਜ਼ਿੰਮੇਵਾਰੀ ਹੈ, ਸਾਡੀ ਰਿਸਪੌਂਸਿਬਿਲਿਟੀ ਹੈ। ਸਤਿਗੁਰੂ ਸਾਹਿਬ ਨੇ ਸਾਡੀ ਅਗਵਾਈ ਕਰਨੀ ਹੈ, ਗੁਰੂ ਸਾਹਿਬ ਨੇ ਸਾਨੂੰ ਰਾਹ ਦੱਸਣਾ ਹੈ, ਤੁਰਨਾ ਅਸੀਂ ਆਪ ਹੈ। ਤੇ ਜੋ ਜੋ ਵੀ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਦੇ ਉੱਪਰ ਤੁਰਦੇ ਹਨ ਉਹ ਮੰਜ਼ਿਲ ਤੇ ਪਹੁੰਚ ਜਾਂਦੇ ਨੇ। ਤੁਰਨ ਵਾਲਾ ਭਾਵੇਂ ਦੂਰੋਂ ਚੱਲ ਕੇ ਆਵੇ, ਲਾਹਾ ਲੈ ਲੈਂਦਾ ਵਾ, ਤੇ ਜਿਹਨੇ ਨਹੀਂ ਤੁਰਨਾ ਸਾਧ ਸੰਗਤ, ਖਿਆਲ ਕਰਿਓ, ਭਾਵੇਂ ਨੇੜੇ ਵੀ ਕਿਉਂ ਨਾ ਰਹਿੰਦਾ ਹੋਵੇ, ਉਹ ਲਾਹਾ ਨਹੀਂ ਲੈ ਸਕਦਾ। ਗੁਰੂ ਦੇਵ ਜੀ ਨੇ ਪਾਵਨ ਬਾਣੀ ਅੰਦਰੋਂ ਉਦਾਹਰਣ ਦਿੱਤੀ, ਦਾਦਰ ਤੂੰ ਕਬਹਿ ਨਾ ਜਾਣਸ। ਦਾਦਰ ਕਹਿੰਦੇ ਡੱਡੂ ਨੂੰ, ਪਾਣੀ 'ਚ ਰਹਿੰਦਾ, ਤੇ ਕਮਲ ਦਾ ਫੁੱਲ ਪਾਣੀ ਵਿੱਚ ਉੱਗਦਾ ਵਾ, ਤੇ ਉਸ ਫੁੱਲ ਦੇ ਸਭ ਤੋਂ ਕਰੀਬ, ਸਭ ਤੋਂ ਨੇੜੇ ਰਹਿੰਦਾ ਡੱਡੂ, ਪਾਣੀ ਦੇ ਜੀਵ, ਮੱਛੀਆਂ ਵਗੈਰਾ। ਪਰ ਉਹ ਕਦੀ ਵੀ ਕਮਲ ਦੇ ਫੁੱਲ ਤੋਂ ਉਹ ਰਸ ਨਹੀਂ ਲੈ ਸਕਦੇ ਜਿਹੜਾ ਦੂਰੋਂ ਉੱਡ ਕੇ ਇੱਕ ਸ਼ਹਿਦ ਦੀ ਮੱਖੀ ਆ ਕੇ ਉਹਦੇ ਵਿੱਚੋਂ ਲੈ ਲੈਂਦੀ ਹੈ, ਕਿਉਂਕਿ ਉਸ ਦਾ ਸੰਬੰਧ ਰਸ ਨਾਲ ਆ, ਤੇ ਉਹਨਾਂ ਦਾ ਸੰਬੰਧ ਰਸ ਨਾਲ ਹੈ ਕੋਈ ਨਹੀਂ, ਰਹਿ ਜ਼ਰੂਰ ਨੇੜੇ ਰਹੇ ਨੇ। ਤੇ ਇਹ ਇਤਿਹਾਸ ਵਿੱਚ ਵੀ ਵਾਪਰਿਆ। ਦੂਰੋਂ ਚੱਲ ਕੇ ਆ ਕੇ ਜਿਹੜਾ ਲਾਭ ਤੇ ਲਾਹਾ ਕਈ ਵਾਰੀ ਗੁਰਸਿੱਖ ਲੈ ਜਾਂਦੇ ਹਨ, ਉਹ ਨੇੜੇ ਵਾਲੇ ਉਹ ਲਾਹਾ ਲੈਣ ਤੋਂ ਰਹਿ ਜਾਂਦੇ, ਉਹ ਭਾਵੇਂ ਗੁਰੂ ਪਰਿਵਾਰ ਦੇ ਵਿੱਚੋਂ ਗੁਰੂ ਸਾਹਿਬ ਦੇ ਆਪਣੇ ਪੁੱਤਰ ਹੀ ਕਿਉਂ ਨਾ ਹੋਣ। ਇਸੇ ਲਈ ਜਦੋਂ ਅਸੀਂ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਰਦੇ ਹਾਂ, ਤੇ ਅਰਦਾਸ ਦੇ ਬੋਲ ਹੁੰਦੇ ਜਦੋਂ ਇਤਿਹਾਸ ਨੂੰ ਦੁਹਰਾਇਆ ਜਾਂਦਾ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਹੁਣ ਇਸ ਪੈਰਾਗ੍ਰਾਫ ਦੇ ਅੰਦਰ 4 ਸਾਹਿਬਜ਼ਾਦਿਆਂ ਦਾ ਜ਼ਿਕਰ ਹੋਇਆ ਵਾ, ਤੇ ਆਪਾਂ ਸਾਰੇ ਅਰਦਾਸ ਕਰਨੇ ਆ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਉਹ 4 ਸਾਹਿਬਜ਼ਾਦੇ ਕੌਣ ਨੇ ਜਿਨ੍ਹਾਂ ਦੀ ਇੱਥੇ ਗੱਲ ਹੋ ਰਹੀ ਆ? ਤੁਸੀਂ ਜਾਣਦੇ ਹੋ, ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ। ਤੇ ਹੁਣ ਇੱਕ ਸਵਾਲ ਆਪਣੇ ਆਪ ਨੂੰ ਪੁੱਛੋ ਕਿ ਗੁਰੂ ਨਾਨਕ ਦੇ ਸਾਹਿਬਜ਼ਾਦੇ ਨਹੀਂ ਸੀ? ਉਹਨਾਂ ਦਾ ਜ਼ਿਕਰ ਅਰਦਾਸ ਵਿੱਚ ਹੋਇਆ, ਅਸੀਂ ਕਰਦੇ ਹਾਂ। ਗੁਰੂ ਅੰਗਦ ਸਾਹਿਬ ਦੇ, ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ, ਇੱਕ ਸਾਹਿਬਜ਼ਾਦਾ ਗੁਰਗੱਦੀ ਤੱਕ ਪਹੁੰਚਿਆ, ਗੁਰੂ ਅਰਜਨ ਪਾਤਸ਼ਾਹ ਮਹਾਰਾਜ। ਗੁਰੂ ਅਰਜਨ ਸਾਹਿਬ ਜੀ ਦੇ ਇੱਕੋ ਹੀ ਸਾਹਿਬਜ਼ਾਦਾ ਹੈ, ਗੁਰਗੱਦੀ ਤੱਕ ਪਹੁੰਚ ਜਾਂਦੇ ਨੇ, ਗੁਰੂ ਹਰਗੋਬਿੰਦ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ, ਗੁਰੂ ਹਰ ਰਾਏ ਸਾਹਿਬ ਦੇ 2 ਸਾਹਿਬਜ਼ਾਦੇ ਨੇ, ਇੱਕ ਗੁਰਗੱਦੀ ਤੱਕ ਪਹੁੰਚਦੇ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ। ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕੋ ਹੀ ਸਾਹਿਬਜ਼ਾਦਾ ਹੈ, ਉਹ ਗੁਰਗੱਦੀ ਤੱਕ ਆਉਂਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਤੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਨੇ, ਜਿਨ੍ਹਾਂ ਦਾ ਜ਼ਿਕਰ ਆਪਾਂ ਅਰਦਾਸ ਵਿੱਚ ਕਰਦੇ ਹਾਂ।
ਨੁਕਤਾ ਸਮਝਿਓ। ਲਾਹਾ ਲੈਣ ਵਾਲਾ ਕਿਤਿਓਂ ਵੀ ਆ ਸਕਦਾ, ਖਾਲੀ ਰਹਿਣ ਵਾਲਾ ਕੋਈ ਵੀ ਹੋ ਸਕਦਾ, ਦੂਰ ਦਾ ਵੀ ਨੇੜੇ ਦਾ ਵੀ। ਲਾਹਾ ਲੈਣ ਵਾਲਾ ਦੂਰੋਂ ਵੀ ਹੋ ਸਕਦਾ, ਘਰੋਂ ਵੀ ਹੋ ਸਕਦਾ, ਪਰਿਵਾਰ ਵਿੱਚੋਂ ਵੀ ਹੋ ਸਕਦਾ। ਇਸ ਲਈ ਭਾਈ ਗੁਰਦਾਸ ਜੀ ਨੇ ਕਿਹਾ, ਪੁੱਤ ਸੰਸਾਰੀ ਗੁਰੂ ਕਹਾਵੈ। ਗੁਰੂ ਅਰਜਨ ਸਾਹਿਬ ਪਹਿਲੀ ਵਾਰੀ ਹੋਇਆ ਕਿ ਗੁਰੂ ਦਾ ਪੁੱਤਰ ਗੁਰਗੱਦੀ ਉੱਪਰ ਵਿਰਾਜਮਾਨ ਹੋਇਆ। ਜਿਨ੍ਹਾਂ ਨੂੰ ਪੁੱਤਰ ਦੇ ਰੂਪ ਦੇ ਵਿੱਚ, ਸਾਹਿਬਜ਼ਾਦਾ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਸੀ। ਸੰਸਾਰਕ ਤੌਰ ਤੇ ਰਿਸ਼ਤਾ ਸੀ ਪਿਤਾ ਤੇ ਪੁੱਤਰ ਦਾ, ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਰਜਨ ਸਾਹਿਬ। ਗੁਰੂ ਰਾਮਦਾਸ ਘਰ ਕੌਣ ਉਤਰ ਕੇ ਆਇਆ ਜੀ? ਗੁਰੂ ਅਰਜਨ ਦੇਵ ਮਹਾਰਾਜ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆਉਂਦੇ ਨੇ। ਰਿਸ਼ਤਾ ਉਹਨਾਂ ਦਾ ਕੀ ਹੈ? ਸੰਸਾਰੀ ਰਿਸ਼ਤਾ ਉਹਨਾਂ ਦਾ ਕੀ ਹੈ? ਪੁੱਤਰ ਦਾ। ਇਸ ਲਈ ਕਿਹਾ ਪੁੱਤ ਸੰਸਾਰੀ ਗੁਰੂ ਕਹਾਵੈ। ਤੇ ਹੁਣ ਗੁਰੂ ਆਖਿਆ ਜਾਣ ਲੱਗ ਪਿਆ, ਮੱਥਾ ਟੇਕਣ ਲੱਗ ਪਿਆ। ਘਰੋਂ ਲਾਹੇ ਦੀ ਗੱਲ ਆ ਅਸਲ ਤੇ। ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਦੇ ਉੱਪਰ ਚੱਲਣ ਦੀ ਗੱਲ ਆ ਸਾਧ ਸੰਗਤ। ਤੇ ਜਿਨ੍ਹਾਂ ਨੇ ਵੀ ਸਤਿਗੁਰ ਦਾ ਰਾਹ ਕਮਾਇਆ, ਉਹ ਭਾਵੇਂ ਪਰਿਵਾਰ ਵਿੱਚੋਂ ਨੇ ਭਾਵੇਂ ਦੂਰੋਂ ਨੇ, ਉਹਨਾਂ ਲਾਹਾ ਲਿਆ। ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਰਸਤਾ ਨਹੀਂ ਇਖਤਿਆਰ ਕੀਤਾ, ਉਹ ਭਾਵੇਂ ਪਰਿਵਾਰ ਵਿੱਚੋਂ ਨੇ ਭਾਵੇਂ ਦੂਰੋਂ ਨੇ, ਉਹ ਲਾਹਾ ਨਹੀਂ ਲੈ ਸਕੇ। ਸਤਿਗੁਰ ਸਾਹਿਬ ਦੇ ਸ਼ਬਦ ਨੂੰ ਸਮਝਣ ਤੇ ਕਮਾਉਣ ਦੀ ਗੱਲ ਹੈ, ਗੁਰੂ ਉਪਦੇਸ਼ ਉੱਪਰ ਚੱਲਣ ਦੀ ਗੱਲ ਹੈ। ਇਸ ਲਈ ਗੁਰੂ ਸਾਹਿਬ ਨੇ ਕਦੇ ਵੀ ਇਹ ਤਰਜੀਹ ਨਹੀਂ ਦਿੱਤੀ ਕਿ ਅਸੀਂ ਆਪਣੇ ਸਭ ਤੋਂ ਨੇੜੇ ਕਿਹਨੂੰ ਮੰਨਦੇ ਹਾਂ, ਕਿਹਨੂੰ ਜਾਣਦੇ ਹਾਂ। ਬਾਣੀ ਦਾ ਬਚਨ ਹੈ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਇੱਕੋ ਹੀ ਪਿਆਰ ਹੈ ਜੀ। ਇਹ ਪ੍ਰੇਮ ਵੱਖਰਾ ਨਹੀਂ ਆ ਵੀ ਗੁਰੂ ਸਾਹਿਬ ਦਾ ਆਪਣੇ ਪੁੱਤਰਾਂ ਨਾਲ ਵੱਖਰਾ ਤੇ ਸਿੱਖਾਂ ਨਾਲ ਵੱਖਰਾ ਵਾ, ਇੱਕੋ ਜਿਹੀ ਆ, ਓਨਾ ਹੀ ਸਨੇਹ ਹੈ। ਇਹੀ ਕਾਰਨ ਕਿ ਜਿਸ ਵੇਲੇ ਬਾਬਾ ਅਜੀਤ ਸਿੰਘ ਸਾਹਿਬ ਸ਼ਹੀਦ ਹੁੰਦੇ ਹਨ ਤੇ ਜੁਝਾਰ ਸਿੰਘ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆਗਿਆ ਮੰਗਦੇ ਨੇ, ਪਾਤਸ਼ਾਹ ਸਾਨੂੰ ਆਗਿਆ ਦਿਓ ਰਣ ਖੇਤਰ 'ਚ ਜਾਣ ਦੀ। ਤੇ ਇਤਿਹਾਸ ਦੀਆਂ ਬੜੀਆਂ ਪਿਆਰੀਆਂ ਸਤਰਾਂ ਨੇ। ਕਹਿੰਦੇ ਭਾਈ ਦਇਆ ਸਿੰਘ ਹੋਣਾ ਨੇ ਆਖਿਆ, ਮਹਾਰਾਜ ਰੱਖ ਲਓ, ਇੱਕ ਸ਼ਹੀਦ ਹੋ ਗਿਆ, ਦੋ ਦਾ ਪਤਾ ਕੋਈ ਨਹੀਂ, ਇੱਕ ਨੂੰ ਰੱਖ ਲਓ। ਗੁਰੂ ਸਾਹਿਬ ਕਹਿੰਦੇ ਕਿਉਂ? ਮਹਾਰਾਜ ਤੁਹਾਡਾ ਸਾਹਿਬਜ਼ਾਦਾ। ਗੁਰੂ ਜੀ ਕਹਿਣ ਲੱਗੇ, ਦਇਆ ਸਿਆ ਤੂੰ ਕਿਹਦਾ? ਤੂੰ ਮੇਰਾ ਨਹੀਂ। ਤੂੰ ਮੇਰ ਤੇਰ ਦਾ ਫਰਕ ਕਦੋਂ ਕਰ ਲਿਆ? ਤੂੰ ਵੀ ਤੇ ਮੇਰਾ ਨਾ। ਜੁਝਾਰ ਸਿੰਘ ਵੀ ਮੇਰਾ, ਸਾਰੇ ਹੀ ਮੇਰੇ ਨੇ, ਇੱਕੋ ਜਿਹੇ ਨੇ। ਤੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਵਿਛੜਿਆ ਪਰਿਵਾਰ ਆ ਕੇ ਮਿਲਿਆ ਤੇ ਉੱਥੇ ਗੁਰੂ ਸਾਹਿਬ ਦਾ ਬਚਨ ਇਹੀ ਸੀ ਨਾ ਮਾਤਾ ਜੀ ਹੁਣਾਂ ਨੂੰ ਕਿ ਹੁਣ ਇਹ ਜੋ ਸਾਹਮਣੇ ਬੈਠੇ, ਇਹਨਾਂ 'ਚੋਂ ਹੀ ਅਜੀਤ ਸਿੰਘ ਵੇਖ, ਇਹਨਾਂ 'ਚੋਂ ਹੀ ਜੁਝਾਰ ਸਿੰਘ, ਇਹਨਾਂ 'ਚੋਂ ਹੀ ਜ਼ੋਰਾਵਰ ਸਿੰਘ, ਇਹਨਾਂ 'ਚੋਂ ਹੀ ਫਤਿਹ ਸਿੰਘ ਵੇਖ। ਹੁਣ ਇਹੀ ਸਾਡੇ ਨੇ। ਕਿਸੇ ਨੂੰ ਮਰਜ਼ੀ ਅਜੀਤ ਸਿੰਘ ਕਹਿ ਕੇ ਆਵਾਜ਼ ਮਾਰ ਲਾ, ਉੱਠ ਖੜੇਗਾ। ਕਿਸੇ ਨੂੰ ਮਰਜ਼ੀ ਜੁਝਾਰ ਸਿੰਘ ਕਹਿ ਕੇ ਆਵਾਜ਼ ਮਾਰ ਲਾ, ਉੱਠ ਪੈਣਗੇ। ਸਾਡੇ ਹੀ ਨੇ, ਫਰਕ ਕੋਈ ਨਹੀਂ। ਗੁਰੂ ਤੇ ਏਡਾ ਪਿਆਰ ਕਰਦਾ, ਗੁਰੂ ਦੇ ਕੰਠ ਨਾਲ ਲਾ ਕੇ ਰੱਖਦਾ। ਗੁਰੂ ਦੇ ਪਿਆਰ ਵਿੱਚ ਫਰਕ ਨਹੀਂ। ਦੋ ਘਟਨਾਵਾਂ ਬੜੀਆਂ ਪਿਆਰੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ, ਅਕਸਰ ਜਦੋਂ ਉਹਨਾਂ ਦਾ ਜ਼ਿਕਰ ਕਰਨੇ ਆ ਨਾ ਤੇ ਉਹ ਮਨ ਉਸ ਵੇਗ ਦੇ ਵਿੱਚ ਚਲਾ ਜਾਂਦਾ। ਇੱਕ ਤੇ ਇਹ ਵਾਲੀ ਜਿਹੜੀ ਬੇਨਤੀ ਕਰਕੇ ਹਟਿਆ ਵਾ, ਇੱਕ ਪਟਨਾ ਸਾਹਿਬ ਦੀ ਸਾਖੀ। ਰਾਜਾ ਫਤਿਹ ਚੰਦ, ਉਹਦੇ ਔਲਾਦ ਨਹੀਂ ਸੀ। ਉਹਦੀ ਪਤਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਦੋਂ ਛੋਟੀ ਉਮਰ 'ਚ ਨੇ, 4-5 ਸਾਲਾਂ ਦੇ ਆ। ਗੋਬਿੰਦ ਰਾਏ ਜੀ ਗੁਰਗੱਦੀ ਉੱਪਰ ਗੁਰੂ ਤੇਗ ਬਹਾਦਰ ਬੈਠੇ ਨੇ। ਉਹ ਕਹਿੰਦੀ ਕਿ ਸਾਡੇ ਘਰ ਸੰਤਾਨ ਨਹੀਂ ਹੈਗੀ, ਤੁਸੀਂ ਸਾਡੇ ਲਈ ਆਪਣੇ ਪਿਤਾ ਨੂੰ ਫਰਿਆਦ ਕਰੋ, ਅਰਦਾਸ ਕਰੋ, ਮੇਰੀ ਗੋਦੀ ਵਿੱਚ ਵੀ ਬੱਚਾ ਹੋਵੇ। ਉਹ ਜ਼ਮੀਨ ਤੇ ਬੈਠ ਕੇ ਕਹਿ ਰਹੀ ਆ, ਗੋਡਿਆਂ ਭਾਰ। ਤੇ ਗੋਬਿੰਦ ਰਾਏ ਜੀ ਉਹਦੀ ਗੋਦੀ 'ਚ ਜਾ ਕੇ ਬੈਠ ਜਾਂਦੇ। ਕਹਿੰਦੇ ਮੈਂ ਕੌਣ ਆ, ਮੈਨੂੰ ਆਪਣਾ ਪੁੱਤਰ ਕਹਿ ਲਾ।
मेरे विचों वेख ला अपने पुत्र नूं, मैनू कह ला। किड्डी कमाल दी गल आ ना। जदों किसी ने यह आख्या कि साडे है नहीं, उदों गुरु साहब कहंदे मैनू कह ला, मैं तेनू मां कह ला, मैनू अपना पुत कह ला। तो जदों अपने चारों शहीद हो गए, उदों कहंदे हुण ये साडे ही ने, हुण इन्हां नूं अजीत सिंह कह लईए, इन्हां नूं जुझार सिंह कह लईए। वीरो बेनती करा, गुरु साहब साडे चों अजीत सिंह जुझार सिंह वेखदे ने। भैणो मेरियो, बणीए असी गुरु की उम्मीद ते खरे उतरीए। गुरु ने जो साडे तो आस लाई उहदे उपर खरे उतरीए, बन के विखाईए कि पातशाह तुसी कह के गए सी, इन पुत्रन के सीस परवार दिए सुत चार, चार मुए तो क्या हुआ जीवत कई हजार। बहुत वड्डी गल आ ये आखना, चार मुए तो क्या हुआ। अपना तो एक डालर डिग पे, आपां नूं ते रात नूं नींद नहीं आउंदी। लोकी आखणगे भी की होया, कहने लै किदां किदां की होया। हिसाब च फर्क पैंदा पूरा करना, पर उत्थे ते परिवार दी पुत्रां दी गल आ। ये उस वेले गल अंदरों निकलदी जदों प्यार अत्यंत गूढ़ा होवे, प्रेम बहुत ज़्यादा होवे। महाराज कहंदे सौदा वेख तूं, चार दे बदले सानू हज़ारां मिले ने, लखां मिले ने। चार दे बदले हज़ारां लखां मिले ने, ते ये जो मिले ने ना, इन्हां नूं सांभ लईए। सो मैं बेनती करा, ऐसा दयालु गुरु, ऐसा कृपालु सतगुरु, उस गुरु दे सिख होण ते भी माण करिया करिए। साध संगत, उस गुरु दे सिख होण ते भी आपां नाज करिया करिए कि भागां नाल सानू ऐसा गुरु मिलिया जिहड़ा सानू केवल अपने सिख नहीं समझदा, अपने बच्चे समझदा, अपने न्याणे समझदा, समझदा ही नहीं। गुरु कहंदा कि मेरे ही नहीं, मेरे ही नहीं। सो गल जो मैं कर रहा सां साध संगत, बचन कमाउण दी है, गुरु साहिब जी की गल नूं समझण दी है। जिन्हां ने समझिया भाई, वो सतगुर साहिब जी के दर ते परवान चढ़े। सो इसे कोशिश, इसे यतन दे विच गुरुद्वारा साहब दे अंदर पावन गुरबाणी की व्याख्या चल रही है, तो इसे यतन दे नेड़े रह के आपां सतगुर साहिब की बाणी नूं समझण दी कोशिश करते हाँ रल मिल के, कि गुरु साहब जी का शब्द साडी सुरत विच वसे, ते असी शब्द का अभ्यास अपने जीवन विच करके गुरु साहब के नेड़े टुकीए। नुकता है अमृत प्रभ नाम का, ते अमृत प्रभ नाम दे नाल जुड़न का तरीका दसिया, उस दे रस्ते की रुकावट मन्निया गया पंज विकारां। ये पंज वो ऐब हन मनुखी मत दे जो साडे रस्ते च रुकावट ला दिंदे आ, रोक दिंदे आ सानू, साडे मन नूं। ते इन्हां नूं खत्म करन दा, इन्हां नूं बदल देण दा तरीका गुरु साहब ने दस्सिया वा। नानक प्रभ शरणागति कर प्रसाद गुरदेव। गुरदेव मतलब गुरु जी, संबोधनी नाम है गुरदेव, गुरु जी कर प्रसाद, तुसी कृपा करो साडे ते। प्रसाद मतलब कृपा, कृपा करो। कृपा की करो? प्रभ शरणागति, शरण आगति, असी शरण विच आ जाइए, वाहिगुरु की शरण विच चले जाइए, साडे ते असी कृपा करो। शरण विच जाण दा मतलब है ये मन सदा परमेश्वर दे हजूर, उसकी हाजरी विच रहे, मन कदी उसनूं भुले ना। ये मन मत जाने हर दूर है, ऐ ना समझे कि रब दूर है, नूं नेड़े जान। अपने आप नूं उसकी मौजूदगी च बैठा समझिया कर हर वेले। जिंदगी च कित्थे भी होइए प्यारिओ, घरे होइए, घर तो बाहर होइए, महाराज कहते घर बाहर तेरा प्रभासा, तू जन के है संग। सेवक दे सदा नाल होया करदा। वाहिगुरू दा प्यारा कदे भी अपने आप नूं वाहिगुरू तो वख नहीं समझिया करदा, उसदे प्यार विच होया करदा, उसदे निर्मल भै च रहा करदा। ते उसदे निर्मल भै च रहन करके कदी भी वो काम नहीं करदा जो उसनूं पसंद नहीं है, जो उसनूं भाउंदा नहीं, जो उसनूं चंगा नहीं लगदा। हमेशा वो करदा जिस नाल उसदी खुशी मिले, ते वो है शुभ गुण, चंगियाई, चंगे राह ते तुरना। सो महाराज जी कहण लगे, जदों मन भटकदा है, बुरे राह ते पैंदा है, ते इस मन नूं वर्ज के सही पासे लैके आउण दा तरीका की है भाई?
6ਵੀਂ ਅਸ਼ਟਪਦੀ ਦੇ ਵਿੱਚ ਇਹ ਸਮਝਾਇਆ ਜਾ ਰਿਹਾ ਹੈ। ਤੇ ਆਪਾਂ ਕੱਲ ਸਮਝਿਆ ਸੀ 6 ਨੰਬਰ ਪਦਾ, ਜਿਹ ਪ੍ਰਸਾਦ ਸੁਨੈ ਕਰਨ ਨਾਦ। ਸਰੀਰ ਦੇ ਜੋ ਵੱਖ-ਵੱਖ ਸਾਡੇ ਹਿੱਸੇ ਹਨ, ਜੋ ਆਪਣੇ ਵੱਖ-ਵੱਖ ਕੰਮ ਕਰਦੇ ਆ, ਅੱਖਾਂ ਵੇਖਦੀਆਂ, ਕੰਨ ਸੁਣਦੇ ਆ, ਜ਼ੁਬਾਨ ਤੋਂ ਅਸੀਂ ਬੋਲਦੇ ਹਾਂ, ਹੱਥਾਂ ਨਾਲ ਕੰਮ ਕਰਦੇ ਹਾਂ, ਪੈਰਾਂ ਨਾਲ ਤੁਰੇ ਫਿਰਨੇ ਆ, ਜੇ ਹੋਰ ਕੁਝ ਵੀ ਹੈ ਨਹੀਂ, ਗੁਰੂ ਸਾਹਿਬ ਕਹਿੰਦੇ ਸਰੀਰ ਤੇ ਹੈਗਾ ਨਾ, ਇਹ ਵੀ ਉਸੇ ਦਾ ਦਿੱਤਾ ਵਾ, ਉਹਦੀ ਦਾਤ ਆ। ਇਹਨੂੰ ਵੇਖ ਕੇ ਅਸੀਂ ਉਹਨੂੰ ਯਾਦ ਕਰ ਲਿਆ ਕਰੀਏ। ਗੱਲ ਤੇ ਯਾਦ ਕਰਨ ਦੀ ਆ, ਮਨ ਨੂੰ ਪਰਮੇਸ਼ਰ ਦੀ ਮੌਜੂਦਗੀ 'ਚ ਰੱਖਣ ਦੀ ਹੈ। ਸੋ ਅੱਗੋਂ ਹੁਣ 7ਵੇਂ ਪਦੇ 'ਚੋਂ ਗੁਰੂਦੇਵ ਕਹਿਣ ਲੱਗੇ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕਉ ਮੂਲ ਨ ਮਨੋ ਵਿਸਾਰ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜਿਸ ਦੀ ਕਿਰਪਾ ਦੇ ਨਾਲ ਭਾਈ ਤੂੰ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ, ਉੱਗਾ ਹੋਇਆ ਹੈ, ਮਤਲਬ 4 ਲੋਕ ਤੈਨੂੰ ਜਾਣਦੇ ਆ, ਪਤਾ ਆ ਬਈ ਇਸ ਨਾਮ ਦਾ, ਇਸ ਚਿਹਰੇ ਦਾ ਕੋਈ ਇਨਸਾਨ ਹੈਗਾ, ਤੂੰ ਪ੍ਰਗਟ ਆ, 4 ਲੋਕੀ ਤੈਨੂੰ ਜਾਣਦੇ ਆ, 20-50 ਲੋਕਾਂ ਦੇ ਫੋਨਾਂ ਦੇ ਵਿੱਚ ਤੇਰਾ ਨੰਬਰ ਸੇਵ ਆ, ਤੂੰ ਉਹਨਾਂ ਨੂੰ ਕਾਲ ਕਰੇ, ਤੂੰ ਉਹਨਾਂ ਨੂੰ ਮੈਸੇਜ ਕਰੇ, ਉਹਨਾਂ ਨੂੰ ਪਤਾ ਬਈ ਇਹ ਕੌਣ ਆ, ਜਿਹਦੇ ਕਰਕੇ ਤੈਨੂੰ ਜਾਣਿਆ ਜਾਂਦਾ, ਜਿਹਦੇ ਕਰਕੇ ਤੇਰੀ ਇੱਕ ਪਛਾਣ ਆ, ਇੱਕ ਆਈਡੈਂਟਿਟੀ ਬਣੀ ਹੋਈ ਆ, ਤੇ ਉਸ ਤੋਂ ਤੈਨੂੰ ਜਾਣਿਆ ਜਾਂਦਾ ਵਾ। ਇਹ ਵੀ ਉਸ ਦੀ ਕਿਰਪਾ ਆ, ਇਹ ਵੀ ਉਸ ਦੀ ਮਿਹਰ ਆ। ਜਿਹ ਪ੍ਰਸਾਦ, ਜਿਸ ਦੀ ਕਿਰਪਾ ਦੇ ਨਾਲ ਤੂੰ ਪ੍ਰਗਟ ਸੰਸਾਰ, ਤੂੰ ਸੰਸਾਰ ਦੇ ਵਿੱਚ ਪ੍ਰਗਟ ਆ, ਤੇਰੀ ਆਪਣੀ ਇੱਕ ਇਮੇਜ ਆ, ਤੇਰੀ ਆਪਣੀ ਇੱਕ ਆਈਡੈਂਟਿਟੀ ਆ, ਤੇਰੀ ਆਪਣੀ ਇੱਕ ਪਛਾਣ ਆ, ਜਿਹਦੇ ਤੋਂ ਜਾਣਿਆ ਜਾਂਦਾ ਵਾ। ਗੁਰੂਦੇਵ ਜੀ ਕਹਿੰਦੇ ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ। ਉਸ ਵਾਹਿਗੁਰੂ ਨੂੰ ਆਪਣੇ ਮਨ ਤੋਂ ਬਿਲਕੁਲ ਨਾ ਭੁਲਾ ਪਾਈਏ। ਯਾਦ ਹੀ ਕਰਨਾ, ਯਾਦ ਕਰਨ ਦੇ ਕਿੰਨੇ ਬਹਾਨੇ ਗੁਰੂ ਸਾਹਿਬ ਨੇ 6 ਨੰਬਰ ਅਸ਼ਟਪਦੀ ਵਿੱਚੋਂ ਦੱਸ ਦਿੱਤੇ ਕਿ ਰੱਬ ਸਾਨੂੰ ਚੇਤੇ ਆਉਂਦਾ ਰਹੇ, ਸਾਨੂੰ ਯਾਦ ਰਹੇ, ਅਸੀਂ ਉਸ ਨੂੰ ਯਾਦ ਰੱਖੀਏ। ਦਾ ਤਰੀਕਾ ਕੀ ਹੋਵੇ? ਜ਼ਰੂਰੀ ਨਹੀਂ ਆ ਕਿ ਮੱਥੇ ਤੇ ਤਿਲਕ ਲਾ ਕੇ ਤੇ ਹੱਥ 'ਚ ਮਾਲਾ ਫੜ ਕੇ ਰੱਬ ਯਾਦ ਆਵੇ। ਇਸ ਲਈ ਤੇ ਮਹਾਰਾਜ ਦੀ ਬਾਣੀ ਨੇ ਆਖਿਆ ਨਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ। ਸਿਮਰਨੀ ਮਾਲਾ ਲੋਕ ਕਾਹਦੇ ਵਾਸਤੇ ਚੱਕਦੇ ਸੀ? ਕਿ ਮਾਲਾ ਨਾਲ ਰੱਬ ਯਾਦ ਰਵੇ, ਤੇ ਮਾਲਾ ਪਰੇ ਰੱਖ ਦਿੱਤੀ ਤੇ ਰੱਬ ਭੁੱਲ ਗਿਆ। ਮਹਾਰਾਜ ਕਹਿੰਦੇ ਤੂੰ ਆਪਣੇ ਹੱਥਾਂ ਪੈਰਾਂ ਨੂੰ ਵੇਖ, ਆਪਣੇ ਸਰੀਰ ਨੂੰ ਵੇਖ, ਜੀਵਨ ਮਿਲਿਆ ਵਾ, ਸਾਹਾਂ ਨੂੰ ਇਹ ਮਾਲਾ ਬਣਾ ਲਾ, ਸਾਹ ਚੱਲਦੇ ਆ, ਯਾਦ ਰੱਖ ਲਾ ਉਸ ਨੂੰ। ਇਹ ਵੀ ਉਹਦੀ ਕਿਰਪਾ ਨਾਲ ਆ ਰਹੇ ਨੇ। ਅੱਗੋਂ ਮਹਾਰਾਜ ਕਹਿਣ ਲੱਗੇ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕਉ ਜਾਪ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਇਹ ਉਹੀ ਗੱਲ ਆ ਜੀ, ਪ੍ਰਤਾਪ ਤੇ ਪ੍ਰਗਟ ਉੱਗਾ ਹੋਣਾ। ਜਦੋਂ ਪ੍ਰਗਟ ਹੋ ਕੇ ਦੁਨੀਆ 'ਚ ਜਾਣੇ ਜਾਣ ਲੱਗ ਪਏ ਤੇ ਅਸੀਂ ਉਸ ਨੂੰ ਭੁੱਲ ਗਏ ਨਾ। ਗੁਰੂ ਨਾਨਕ ਫਿਰ ਪਤਾ ਕੀ ਕਹਿੰਦੇ, ਆਪ ਜੀ ਦੀ ਰਸਨਾ ਤੇ ਹੋਏਗਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ, ਚੰਗਾ ਨਾਉ ਰਖਾਏ ਕੈ ਜਸ ਕੀਰਤ। ਹੁਣ ਇਹ ਸਭ ਕੁਝ ਮਿਲ ਗਿਆ। ਗੁਰੂ ਜੀ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਸ਼ੋਭਾ ਵੀ ਮਿਲ ਗਈ, 4 ਲੋਕੀ ਜਾਣਨ ਵੀ ਲੱਗ ਪਏ, ਉਮਰ ਦਾ ਵੀ ਵੱਡਾ ਹੋ ਗਿਆ, ਮਤਲਬ ਸਿਆਣਾ ਹੋ ਗਿਆ, ਮੈਚੋਰ ਹੋ ਗਿਆ। ਹੁਣ ਉਹ ਤੇਰੇ ਅੰਦਰ ਰਹੀ ਨਹੀਂ ਪਹਿਲਾਂ ਵਾਲੀ ਨਿਆਣੀ ਮੱਤ, ਸਿਆਣਾ ਹੋ ਗਿਆ, ਸਮਝਦਾਰ ਹੋ ਗਿਆ, ਦੁਨੀਆ ਦੇ ਵਿੱਚ ਜਾਣਿਆ ਜਾਣ ਲੱਗ ਪਿਆ, 9 ਖੰਡ ਪ੍ਰਿਥਵੀ 'ਚ ਜਾਣਿਆ ਜਾਂਦਾ ਹੈ। ਜਿੱਧਰ ਨੂੰ ਜਾਣੇ 4 ਲੋਕੀ ਤੇਰੇ ਪਿੱਛੇ ਤੁਰ ਪੈਂਦੇ ਆ। ਇਹ ਵੀ ਨਹੀਂ ਕਿ ਤੇਰੀ ਕੋਈ ਸੱਦ ਪੁੱਛ ਹੈ ਨਹੀਂ। ਮਹਾਰਾਜ ਕਹਿੰਦੇ ਨਾਲ ਚੱਲੈ ਸਭ ਕੋਏ, ਤੇਰੇ ਨਾਲ ਹੀ ਚੱਲ ਪੈਂਦੇ। ਕਈਆਂ ਦੀ ਇਮੇਜ ਆਈਡੈਂਟਿਟੀ ਇੱਦਾਂ ਦੀ ਹੁੰਦੀ ਹੈ ਨਾ, ਇੱਥੇ ਸੰਗਤ ਵਿੱਚ ਬੈਠੇ ਤੇ ਸੰਗਤ ਬੈਠੀ, ਜਦੋਂ ਉੱਠ ਕੇ ਤੁਰ ਪਏ ਤੇ 20-50 ਲੋਕ ਪਿੱਛੇ ਹੀ ਉੱਠ ਕੇ ਤੁਰ ਪੈਂਦੇ ਆ। ਨਾਲ ਚੱਲੈ ਸਭ ਕੋਏ, 4 ਲੋਕੀ ਤੇਰੇ ਪਿੱਛੇ ਤੁਰਨ ਵਾਲੇ ਹੈਗੇ ਆ, ਤੇਰੇ ਨਾਲ ਤੁਰਨ ਵਾਲੇ ਹੈਗੇ ਆ। ਹੁਣ ਇਹ ਸਭ ਪ੍ਰਾਪਤ ਕਰਕੇ ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵਈ, ਜੇ ਤੂੰ ਵਾਹਿਗੁਰੂ ਨਾਲ ਨਹੀਂ ਨਾ ਜੁੜਿਆ, ਉਹਦੀ ਮਿਹਰ ਦੀ ਨਜ਼ਰ ਦਾ ਪਾਤਰ ਨਹੀਂ ਨਾ ਬਣਿਆ, ਉਸ ਦੇ ਦਰ ਉੱਪਰ ਤੇਰੀ ਪਛਾਣ ਨਹੀਂ ਹੋਈ, ਦੁਨੀਆ ਵਿੱਚ ਤੇ ਹੋ ਗਈ, ਉਹਦੇ ਦਰ ਤੇ ਨਹੀਂ ਹੋਈ, ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਫਿਰ ਤੇ ਗੁਰੂਦੇਵ ਜੀ ਕਹਿੰਦੇ ਭਾਈ ਕੀਟਾਂ ਅੰਦਰ ਕੀਟਾਂ ਦੇ ਅੰਦਰਲਾ ਕੀੜਾ, ਤੂੰ ਇੱਕ ਇੱਦਾਂ ਦਾ ਨਿਮਾਣਾ ਜਿਹਾ ਕਿਰਮ ਆ ਜਿਹੜਾ ਨਜ਼ਰ ਵਿੱਚ ਹੀ ਨਹੀਂ ਆਉਂਦਾ, ਨਿਗਾਹ ਵਿੱਚ ਹੀ ਨਹੀਂ ਆਉਂਦਾ। ਕਰ ਦੋਸ਼ੀ ਦੋਸ਼ ਧਰੇ, ਤੈਨੂੰ ਦੋਸ਼ੀ ਸਿੱਧ ਕੀਤਾ ਜਾਏਗਾ ਤੇ ਤੇਰੇ ਉੱਪਰ ਦੋਸ਼ ਆਇਦ ਕੀਤਾ ਜਾਏਗਾ ਵਾਹਿਗੁਰੂ ਨੂੰ ਭੁੱਲ ਜਾਣ ਦਾ, ਸਿਰਜਣਹਾਰ ਨੂੰ, ਕਰਤਾ ਪੁਰਖ ਨੂੰ ਭੁੱਲ ਜਾਣ ਦਾ ਦੋਸ਼ ਆਇਦ ਕੀਤਾ ਜਾਏਗਾ। ਤੇ ਫਿਰ ਗੁਰੂ ਸਾਹਿਬ ਕਹਿੰਦੇ ਡਰ ਵੀ ਨਾ ਜਾਈ ਵੀ ਹਾਏ ਦੋਸ਼ੀ ਬਣ ਜਾਵਾਂਗਾ,
ਤੇ ਦੋਸ਼ ਮੇਰੇ ਉੱਪਰ ਲਾ ਦਿੱਤਾ ਜਾਏਗਾ। ਮਹਾਰਾਜ ਕਹਿੰਦੇ ਕਿਤੇ ਇਹ ਸੁਣ ਕੇ ਡਰ ਵੀ ਨਾ ਜਾਈ ਬਈ ਹੁਣ ਮੈਂ ਕੀ ਕਰਾਂ। ਫਿਰ ਵੀ ਜੁੜੇਗਾ ਨਾ ਉਸ ਨਾਲ, ਫਿਰ ਵੀ ਉਸ ਨਾਲ ਜੁੜੇਗਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਫਿਰ ਵੀ ਰੱਬ ਏਡਾ ਦਇਆਲੂ ਆ, ਉਹ ਆਪਣਾ ਸਾਨੂੰ ਵੇਖ ਕੇ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਰੋਜ਼ਾਨਾ ਦੇ ਦੀਵਾਨ ਵਿੱਚ, ਉਹ ਸਾਨੂੰ ਵੇਖ ਕੇ ਆਪਣਾ ਸੁਭਾਅ ਨਹੀਂ ਬਦਲ ਲੈਂਦਾ ਵਾ। ਅਸੀਂ ਤੇ ਪਲ ਪਲ 'ਚ ਬਦਲ ਜਾਂਦੇ ਹਾਂ ਨਾ। ਇੱਕ ਇਨਸਾਨ ਕੋਲ ਬੈਠਿਆਂ ਸਾਡਾ ਵਿਹਾਰ ਕੋਈ ਹੋਰ ਹੁੰਦਾ ਵਾ, ਦੂਜੀ ਥਾਂ ਤੇ ਬੈਠੇ ਅਸੀਂ ਬਦਲ ਜਾਂਦੇ ਹਾਂ। ਦੋਸਤਾਂ ਕੋਲ ਬੈਠਿਆਂ ਸਾਡਾ ਵਿਹਾਰ ਕੋਈ ਹੋਰ ਆ, ਇੱਕ ਉਹ ਚਿਹਰਾ ਸਾਡੇ ਸਾਹਮਣੇ ਆ ਗਿਆ ਜਿਹਦੇ ਨਾਲ ਸਾਡੀ ਬਣਦੀ ਕੋਈ ਨਹੀਂ, ਸਾਡਾ ਰਵੱਈਆ ਹੀ ਬਦਲ ਜਾਂਦਾ, ਉੱਥੇ ਸਾਡਾ ਸੁਭਾਅ ਬਦਲ ਜਾਂਦਾ। ਅਸੀਂ ਖਿਨ ਖਿਨ ਬਦਲਦੇ ਹਾਂ ਲੋਕਾਂ ਨੂੰ ਵੇਖ ਕੇ, ਪਰ ਵਾਹਿਗੁਰੂ ਨਹੀਂ ਬਦਲਦਾ। ਉਹਦਾ ਆਪਣਾ ਇੱਕ ਬਿਰਦ ਆ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ। ਬਿਰਦ ਦਾ ਮਤਲਬ ਹੁੰਦਾ ਸੁਭਾਅ। ਰੱਬ ਦਾ ਆਪਣਾ ਇੱਕ ਸੁਭਾਅ ਆ, ਉਹ ਕਦੀ ਨਹੀਂ ਬਦਲਦਾ। ਉਹ ਸਾਨੂੰ ਵੇਖ ਕੇ ਕਦੀ ਵੀ ਨਹੀਂ ਬਦਲਦਾ। ਆਪਣੀ ਸਾਜੀ ਹੋਈ ਕਾਇਨਾਤ ਨੂੰ ਵੇਖ ਕੇ, ਲੋਕਾਂ ਨੂੰ ਵੇਖ ਕੇ ਕਦੀ ਆਪਣੇ ਆਪ 'ਚੋਂ ਤਬਦੀਲੀ ਨਹੀਂ ਲੈ ਕੇ ਆਉਂਦਾ। ਨਿਰਗੁਣ ਗੁਣ ਕਰੇ, ਉਹ ਫਿਰ ਵੀ ਗੁਣਹੀਣਿਆਂ ਨੂੰ ਗੁਣਾਂ ਨਾਲ ਭਰ ਦਿੰਦਾ। ਉਹ ਕਿੱਡੀ ਕਮਾਲ ਦੀ ਗੱਲ ਗੁਰੂ ਰਾਮਦਾਸ ਮਹਾਰਾਜ ਨੇ ਆਖੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਪਰਮੇਸ਼ਰ ਦਾ ਇਹ ਬਿਰਦ ਹੈ ਸਾਧ ਸੰਗਤ, ਗੁਰੂ ਪਰਮੇਸ਼ਰ ਦਾ ਇਹ ਸੁਭਾਅ ਹੈ। ਮਹਾਰਾਜ ਜੀ ਕਹਿਣ ਲੱਗੇ, ਭਾਈ ਰੇ ਮਨ ਮੂੜ ਤੂੰ ਤਾ ਕਉ ਜਾਪ, ਐ ਮੇਰੇ ਮੂੜ ਮਨ, ਐ ਮੇਰੇ ਮੂਰਖ ਮਨ, ਤੂੰ ਉਸ ਨੂੰ ਸਿਮਰਿਆ ਕਰ ਜਿਹਦੀ ਕਿਰਪਾ ਨਾਲ ਤੈਨੂੰ ਪ੍ਰਤਾਪ ਮਿਲਿਆ, ਸ਼ੋਭਾ ਮਿਲੀ, ਵਡਿਆਈ ਮਿਲੀ, ਦੁਨੀਆ 'ਚ ਜਾਣਿਆ ਜਾਣ ਲੱਗਿਆ। ਉਸ ਨੂੰ ਉਸ ਦਾ ਧਿਆਨ ਧਰਿਆ ਕਰ, ਆਪਣੀ ਸੁਰਤ ਅੰਦਰ ਉਸ ਨੂੰ ਲਿਆਇਆ ਕਰ। ਅੱਗੋਂ ਕਹਿਣ ਲੱਗੇ, ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜ਼ੂਰੇ। ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ, ਇੱਕ ਅੱਧਾ ਕਾਰਜ ਅਧੂਰਾ ਰਹਿ ਗਿਆ ਹੋਣਾ, ਬਾਕੀ ਤੇ ਬੜੇ ਪੂਰੇ ਹੋਏ ਹੋਣੇ ਆ ਨਾ। ਬੜੇ ਕੰਮ ਸਿਰੇ ਚੜੇ ਹੋਣੇ ਆ ਜ਼ਿੰਦਗੀ 'ਚ, ਜਿਹੜੇ ਸਾਨੂੰ ਚੇਤਾ ਵੀ ਨਹੀਂ ਹੋਣੇ, ਜਿਨ੍ਹਾਂ ਦੀ ਸੂਚੀ ਬਣਾਉਣ ਲੱਗੀਏ ਤੇ ਲਿਸਟ ਵੀ ਸਾਡੇ ਤੋਂ ਤਿਆਰ ਨਹੀਂ ਹੋਣੀ। ਬੜੇ ਕਾਰਜ ਸਾਡੇ ਪੂਰੇ ਸਿਰੇ ਚੜੇ ਹੋਣੇ ਆ, ਪੂਰੇ ਹੋਏ ਹੋਣੇ ਆ। ਮਹਾਰਾਜ ਕਹਿੰਦੇ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਜਿਹਦੀ ਕਿਰਪਾ ਨਾਲ ਤੇਰੇ ਕਾਰਜ ਪੂਰੇ ਹੁੰਦੇ ਆ, ਸਕਸੈਸ ਮਿਲਦੀ ਆ ਜ਼ਿੰਦਗੀ ਵਿੱਚ ਤੈਨੂੰ, ਉਹਨੂੰ ਦੂਰ ਨਾ ਸਮਝੀ ਆਪਣੇ ਤੋਂ। ਤਿਸਹਿ ਜਾਨ ਮਨ ਸਦਾ ਹਜ਼ੂਰੇ, ਐ ਮੇਰੇ ਮਨ, ਮਨ ਨੂੰ ਗੱਲ ਸੁਣਾ ਕੇ, ਮਨ ਉਸ ਨੂੰ ਸਦਾ ਹਜ਼ੂਰ, ਹਾਜ਼ਰ ਨਾਜ਼ਰ ਜਾਣ, ਨੇੜੇ ਤੋਂ ਵੀ ਨੇੜੇ, ਦੂਰ ਨਾ ਸਮਝ ਬੈਠੀ। ਜੇ ਦੂਰ ਸਮਝ ਲਿਆ ਨਾ, ਫਿਰ ਤੂੰ ਟੁੱਟ ਜਾਏਗਾ, ਫਿਰ ਤੂੰ ਭੁੱਲ ਜਾਏਗਾ। ਗੁਰਬਾਣੀ ਨੇ ਵਾਹਿਗੁਰੂ ਜੀ ਨੂੰ ਸਾਡੇ ਨੇੜੇ ਤੋਂ ਵੀ ਨੇੜੇ ਦੱਸਿਆ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਜੇ ਹੋਏ ਸੋ ਹੋਈ, ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਵੋ। ਗੁਰਬਾਣੀ ਸਾਨੂੰ ਬਾਰ-ਬਾਰ ਦੱਸਦੀ ਹੈ ਕਿ ਵਾਹਿਗੁਰੂ ਸਾਡੇ ਤੋਂ ਨਾ ਦੂਰ ਹੈ, ਨਾ ਸਾਡੇ ਤੋਂ ਵੱਖ ਹੈ, ਨਾ ਸਾਡੇ ਤੋਂ ਜੁਦਾ ਹੈ, ਸਾਡੇ ਨੇੜੇ ਤੋਂ ਨੇੜੇ ਹੈ। ਬਸ ਵੇਖਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਦਿਖਾਏਗਾ ਕੌਣ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਸਾਨੂੰ ਦਿਖਾਏਗਾ ਗੁਰੂ। ਗੁਰੂ ਆਪਣਾ ਗਿਆਨ ਰੂਪੀ ਅੰਜਨ ਸਾਡੀ ਸੁਰਤ ਵਿੱਚ ਪਾਏਗਾ। ਇੱਕ ਤੁਕ ਪੜ੍ਹੀ ਸੀ ਨਾ, ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਭਰ ਡਾਰੀ। ਮਨ ਨੂੰ ਬੈਲ ਬਣਾ ਲਾ, ਮਨ ਨੂੰ ਬੈਲ ਬਣਾ ਲਾ, ਸੁਰਤ ਨੂੰ ਪੈਂਡਾ ਬਣਾ ਲਾ, ਤੇ ਗੁਰੂ ਦੇ ਗਿਆਨ ਦੀ ਪੰਡ ਬੰਨ੍ਹ ਕੇ ਮਨ ਰੂਪੀ ਬੈਲ ਤੇ ਧਰ ਦੇ। ਤੇ ਫਿਰ ਆਪਣੇ ਮਨ ਨੂੰ ਆਖ ਬਈ ਹੁਣ ਗੁਰੂ ਦੇ ਗਿਆਨ ਦੀ ਰਾਹੀਂ ਤੁਰ ਉਸ ਮਾਰਗ ਉੱਪਰ ਜਿਸ ਮਾਰਗ ਤੇ ਗੁਰੂ ਸਾਹਿਬ ਤੋਰਦੇ ਪਏ ਨੇ। ਗਿਆਨ ਗੋਨ ਭਰ ਡਾਰੀ, ਕਹਿਤ ਕਬੀਰ ਸੁਨੋਰੇ ਸੰਤੋ, ਨਿਭੀ ਖੇਪ ਹਮਾਰੀ। ਇਸ ਤਰੀਕੇ ਨਾਲ ਸਾਡੀ ਜਿਹੜੀ ਖੇਪ ਆ ਨਾ, ਉਹਨੇ ਨਿਭਣਾਵਾ। ਸੋ ਸਾਹਿਬ ਜੀ ਕਹਿਣ ਲੱਗੇ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜ਼ੂਰੇ। ਮਨ ਸਦਾ ਉਸ ਨੂੰ ਹਾਜ਼ਰ ਨਾਜ਼ਰ ਜਾਣ। ਜਿਹ ਪ੍ਰਸਾਦ ਤੂੰ ਪਾਵੈਂ ਸਾਚ, ਰੇ ਮਨ ਮੇਰੇ ਤੂੰ ਤਾਸਿਉ ਰਾਚ। ਜਿਸ ਦੀ ਕਿਰਪਾ ਦੇ ਨਾਲ ਤੂੰ ਸੱਚ ਨੂੰ ਪ੍ਰਾਪਤ ਕਰ ਲੈਣਾ, ਸਚਿਆਰ ਪਦਵੀ ਪ੍ਰਾਪਤ ਹੁੰਦੀ ਹੈ। ਰੇ ਮਨ ਮੇਰੇ, ਐ ਮੇਰੇ ਮਨ, ਤੂੰ ਤਾਸਿਉ ਰਾਚ, ਤੂੰ ਉਸ ਦੇ ਨਾਲ ਜੁੜ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਜਿਹ ਪ੍ਰਸਾਦ, ਜਿਹਦੀ ਕਿਰਪਾ ਦੇ ਨਾਲ
ਸਭ ਕੀ ਗਤ ਹੋਏ, ਸਾਰਿਆਂ ਦਾ ਹੀ ਉਧਾਰ ਹੋ ਜਾਂਦਾ। ਇੱਕ ਦੋ ਤਿੰਨ ਦਾ ਨਹੀਂ, ਉਚੇਚੇ ਗਿਣਵੇਂ ਚੁਣਵਿਆਂ ਦਾ ਨਹੀਂ, ਸਾਰਿਆਂ ਦਾ ਹੀ ਉਧਾਰ ਹੋ ਜਾਂਦਾ ਜਿਸ ਦੀ ਕਿਰਪਾ ਨਾਲ। ਸਾਰੇ ਤਰ ਜਾਂਦੇ ਆ। ਗੁਰੂ ਸਾਹਿਬ ਕਹਿਣ ਲੱਗੇ, ਨਾਨਕ ਜਾਪ ਜਪੈ ਜਪ ਸੋਏ, ਭਾਈ ਉਸ ਦਾ ਜਾਪ ਜਪਿਆ ਕਰ, ਮਤਲਬ ਉਸ ਨੂੰ ਧਿਆਨ 'ਚ ਰੱਖਿਆ ਕਰ, ਆਪਣੇ ਮਨ ਨੂੰ ਸਦਾ ਭਾਈ ਉਸ ਨਾਲ ਜੋੜ ਕੇ ਰੱਖਿਆ ਕਰ। ਇੱਕ ਹਜ਼ੂਰੀ ਦਾ ਅਹਿਸਾਸ ਹੁੰਦਾ ਹੈ ਸਾਧ ਸੰਗਤ, ਹਾਜ਼ਰੀ ਦਾ ਨਾ ਇੱਕ ਅਹਿਸਾਸ ਤੇ ਅਨੁਭਵ ਹੁੰਦਾ ਹੈ ਮਨ ਅੰਦਰ, ਸੁਰਤ ਦੇ ਅੰਦਰ। ਤੇ ਉਹ ਜਦੋਂ ਸਾਡੇ ਮਨ ਅੰਦਰ ਪ੍ਰਗਟ ਹੁੰਦਾ ਹੈ, ਹੁਣ ਵੇਖੋ ਇਹਨੂੰ ਐਦਾਂ ਸਮਝ ਲਈ, ਅਸੀਂ ਦਰਬਾਰ ਸਾਹਿਬ 'ਚ ਬੈਠੇ ਹਾਂ ਨਾ, ਇੱਥੇ ਬੈਠਣ ਦਾ, ਦਰਬਾਰ ਸਾਹਿਬ 'ਚ ਆਉਣ ਦਾ ਇੱਕ ਤਰੀਕਾ ਆ, ਇੱਕ ਸਤਿਕਾਰ ਆ। ਕੱਲ੍ਹ ਆਪਾਂ ਇਸ ਦੀ ਗੱਲ ਕਰਕੇ ਹਟੇ ਸੀ ਪਰਸੋਂ ਦੇ ਦੀਵਾਨ ਵਿੱਚ, ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਇੱਥੇ। ਅਸੀਂ ਸਤਿਗੁਰ ਜੀ ਦਾ ਪ੍ਰਕਾਸ਼ ਉਸ ਨੂੰ ਮਹਿਸੂਸ ਕਰਦੇ ਹੋਏ ਸਿਰ ਢੱਕ ਕੇ ਰੱਖਦੇ ਹਾਂ, ਸਲੀਕੇ ਨਾਲ ਆਉਂਦੇ ਹਾਂ, ਸਲੀਕੇ ਨਾਲ ਬੈਠਦੇ ਹਾਂ, ਸ਼ੋਰ ਨਹੀਂ ਕਰਦੇ ਹਾਂ। ਮਨ ਦਾ ਜੋ, ਸਰੀਰ ਦਾ ਜੋ ਪ੍ਰਭਾਵ ਹੈ ਉਸ ਨੂੰ ਨਿਮਰਤਾ ਵਾਲਾ ਰੱਖਦੇ ਹਾਂ। ਪਰ ਜਦੋਂ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਚਲੇ ਜਾਂਦੇ ਹਾਂ ਤੇ ਫਿਰ ਸਾਡਾ ਮਨ ਸਮਝ ਲੈਂਦਾ ਵੀ ਹੁਣ ਤੇ ਆਪਾਂ ਗੁਰੂ ਤੋਂ ਦੂਰ ਆ ਗਏ, ਹੁਣ ਕਿਹੜਾ ਆਪਾਂ ਗੁਰੂ ਦੇ ਨੇੜੇ ਆ, ਹੁਣ ਜੋ ਮਰਜ਼ੀ ਕਰੋ, ਹੁਣ ਜਿਵੇਂ ਮਰਜ਼ੀ ਵਿਚਰੋ, ਰੌਲਾ ਪਾ ਲਓ, ਸ਼ੋਰ ਮਚਾ ਲਓ, ਪੁੱਠੇ ਸਿੱਧੇ ਹੋ ਲਓ, ਜੋ ਮਰਜ਼ੀ ਕਰ ਲਓ। ਕਿਉਂਕਿ ਮਨ ਨੇ ਇਹ ਮੰਨ ਲਿਆ ਕਿ ਗੁਰੂ ਜੀ ਕੇਵਲ ਇੱਥੇ ਹੀ ਦਰਬਾਰ ਸਾਹਿਬ ਦੇ ਅੰਦਰ ਪ੍ਰੈਜ਼ੈਂਟ ਨੇ, ਹੋਰ ਥਾਂ ਤੇ ਨਹੀਂ ਹਨਗੇ। ਇਸ ਲਈ ਦਰਬਾਰ ਸਾਹਿਬ ਦੇ ਅੰਦਰ ਬੁਰਾ ਨਹੀਂ ਕਰਦਾ, ਏ ਭਲਾ ਬਣ ਕੇ ਰਹਿੰਦਾ, ਸਾਧ ਸੰਤ ਬਣ ਕੇ ਰਹਿੰਦਾ ਦਰਬਾਰ ਸਾਹਿਬ ਦੇ ਅੰਦਰ। ਪਰ ਦਰਬਾਰ ਸਾਹਿਬ ਤੋਂ ਬਾਹਰ ਜਾਂਦਿਆਂ ਹੀ ਆਪਣੇ ਪੁਰਾਣੇ ਸੁਭਾਅ 'ਚ ਐਂਟਰ ਹੋ ਜਾਂਦਾ। ਪਰ ਜਦੋਂ ਮਨ ਸਦਾ ਗੁਰੂ ਨੂੰ, ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨੇਗਾ, ਗੁਰਦੁਆਰਾ ਸਾਹਿਬ ਦੇ ਅੰਦਰ ਵੀ ਤੇ ਆਪਣੇ ਘਰ ਵਿੱਚ ਵੀ, ਆਪਣੇ ਆਫਿਸ ਦੇ ਵਿੱਚ ਵੀ, ਤੁਰਿਆ ਫਿਰਦਾ ਵੀ, ਹਰ ਇੱਕ ਥਾਂ ਤੇ ਜਦੋਂ ਮਨ ਇਹ ਅਨੁਭਵ ਦੇ ਵਿੱਚ, ਇਸ ਅਹਿਸਾਸ ਵਿੱਚ ਰਹੇਗਾ ਨਾ ਕਿ ਸਦਾ ਹੀ ਵਾਹਿਗੁਰੂ ਜੀ ਦੀ ਸੰਗਤ ਵਿੱਚ ਹਾਂ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਸਦਾ ਅੰਗ ਸੰਗ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਦਾ ਅੰਗ ਸੰਗ। ਫਿਰ ਮਨ ਹਰੇਕ ਥਾਂ ਤੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣੇਗਾ ਤੇ ਉਸ ਭਾਵ ਦੇ ਵਿੱਚ ਵਿਚਰੇਗਾ। ਇਹ ਨੁਕਤਾ ਆ ਇੱਕ, ਮਨ ਨੂੰ ਨਿਮਰਤਾ ਵਿੱਚ ਲੈ ਕੇ ਆਉਣ ਦਾ, ਸਹੀ ਪਾਸੇ ਲਾਉਣ ਦਾ। ਸੋ ਇੱਥੇ ਆ ਕੇ 7ਵਾਂ ਪਦਾ ਸੰਪੂਰਨ ਹੋਇਆ। ਅੱਗੇ 8ਵਾਂ ਪਦਾ ਹੈ 6ਵੀਂ ਅਸ਼ਟਪਦੀ ਦਾ। ਤੇ ਇਸ 8ਵੇਂ ਪਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਰੀ ਦੀ ਸਾਰੀ ਅਸ਼ਟਪਦੀ ਨੂੰ, 7 ਪਦਿਆਂ ਨੂੰ, ਉਹਨਾਂ ਨੂੰ ਆਪਾਂ ਕਹਿ ਦਈਏ ਕਨਕਲੂਡ ਕੀਤਾ ਵਾ। ਤੇ ਇੱਕ ਸਾਨੂੰ ਗੁਰੂ ਸਾਹਿਬ ਜੀ ਨੇ ਇਹ ਕਹਿ ਦਈਏ ਅੰਤਕਾ ਦੇ ਦਿੱਤੀ। ਇੱਕ ਆਰੰਭਤਾ ਹੁੰਦੀ ਭੂਮਿਕਾ, ਇੱਕ ਅੰਤਕਾ ਹੁੰਦੀ ਆ। ਤੇ ਗੁਰੂ ਸਾਹਿਬ ਕਹਿਣ ਲੱਗੇ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਆਪ ਜਪਾਏ ਜਪੈ ਸੋ ਨਾਉ, ਭਾਈ ਆਪ ਜਪਾਏ, ਆਪ ਜਿਸ ਤੋਂ ਜਪਾਉਂਦਾ ਹੈ, ਜਪੈ ਸੋ ਨਾਉ, ਜਪਦਾ ਹੈ ਉਹ ਨਾਮ। ਉਹ ਇਨਸਾਨ ਨਾਮ ਜਪਦਾ ਹੈ ਜਿਸ ਤੋਂ ਉਹ ਆਪ ਜਪਾਉਂਦਾ ਹੈ। ਮਤਲਬ ਇਹ ਬਣਿਆ, ਆਖਰੀ ਅਰਥ ਇਹ ਬਣਿਆ। ਆਪ ਗਾਵਾਏ ਸੋ ਹਰ ਗੁਣ ਗਾਓ, ਆਪ ਜਦੋਂ ਉਹ ਗਵਾਉਂਦਾ ਹੈ ਉਹੀ ਮਨੁੱਖ ਰੱਬ ਦੇ ਗੁਣ ਗਾਉਂਦਾ ਹੈ। ਇਹ ਬਣ ਗਿਆ ਅੱਖਰੀ ਅਰਥ। ਹੁਣ ਇਹਨਾਂ ਅੱਖਰੀ ਅਰਥਾਂ ਤੋਂ ਸਾਨੂੰ ਮਿਲ ਗਿਆ ਰਸਤਾ ਭੱਜਣ ਦਾ, ਵੀ ਠੀਕ ਹੈ ਜੀ, ਆਪ ਗਵਾਏਗਾ ਤੇ ਗਾ ਲਾਂਗੇ, ਆਪ ਜਪਾਏਗਾ ਤੇ ਜਪ ਲਾਂਗੇ। ਅਸੀਂ ਨਹੀਂ ਜਪ ਰਹੇ, ਇਹਦਾ ਮਤਲਬ ਉਹ ਜਪਾ ਨਹੀਂ ਰਿਹਾ। ਅਸੀਂ ਨਹੀਂ ਗਾ ਰਹੇ, ਇਹਦਾ ਮਤਲਬ ਉਹ ਗਵਾ ਨਹੀਂ ਰਿਹਾ। ਅਸੀਂ ਜੁੜੇ ਨਹੀਂ, ਇਹਦਾ ਮਤਲਬ ਉਹ ਨਹੀਂ ਜੋੜਿਆ ਨਹੀਂ। ਮਤਲਬ ਦੋਸ਼ ਕਿਹਦੇ ਵਿੱਚ ਆ? ਜੋੜਨ ਵਾਲੇ ਵਿੱਚ। ਸਾਡੇ ਵਿੱਚ ਥੋੜ੍ਹੀ ਆ, ਸਾਡੇ 'ਚ ਤੇ ਕੋਈ ਦੋਸ਼ ਨਹੀਂ, ਜੋੜ ਲਏ। ਮਤਲਬ ਇਹ ਹੋ ਗਿਆ ਇਸ ਦਾ। ਪਰ ਇੰਜ ਨਹੀਂ ਆ ਪਿਆਰਿਓ, ਇੰਜ ਨਹੀਂ ਆ। ਮਨ ਨੂੰ ਸੋਝੀ ਉਸੇ ਨੇ ਦਿੱਤੀ ਹੋਈ ਆ, ਸਮਝ ਉਸੇ ਨੇ ਦਿੱਤੀ ਹੋਈ ਆ। ਗੁਰੂ ਦੇ ਰੂਪ ਦੇ ਵਿੱਚ ਉਹ ਆਪ ਹੀ ਪ੍ਰਗਟ ਹੈ। ਰੋਜ਼ ਆਪਾਂ ਸਮਝਦੇ ਹਾਂ ਕਿ ਅਕਾਲ ਪੁਰਖ ਕਿਸੇ ਇੱਕ ਰੂਪ ਦੇ ਵਿੱਚ ਨਹੀਂ ਆ, ਸਾਰੇ ਰੰਗਾਂ ਰੂਪਾਂ ਦੇ ਵਿੱਚ ਉਹ ਆਪ ਹੀ ਵਿਆਪਕ ਹੈ। ਜਿੱਥੋਂ ਜਿੱਥੋਂ ਵੀ ਸਾਨੂੰ ਸ਼ੁਭ ਮੱਤ ਮਿਲਦੀ ਪਈ ਆ ਨਾ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਭਾਈ ਤੂੰ ਗਿਆਨ ਨਾ ਝਾੜ ਸਾਡੇ ਤੇ, ਅਸਲ ਵਿੱਚ ਲੋਕਾਂ ਵਿੱਚੋਂ ਵਾਹਿਗੁਰੂ ਆਪ ਹੀ ਬੋਲਦਾ ਹੁੰਦਾ ਆ, ਪਰਮੇਸ਼ਰ ਆਪ ਹੀ ਬੋਲਦਾ ਹੁੰਦਾ ਆ। ਕਿਸੇ ਨਾ ਇੱਕ ਕਹਾਣੀ ਲਿਖੀ ਸਮਝਣ ਦੇ ਲਈ ਰੱਬ ਕਿਵੇਂ ਵੱਖ-ਵੱਖ ਰੂਪਾਂ 'ਚ ਆਉਂਦਾ ਵਾ। ਕੋਈ ਕਹਿੰਦੇ ਲੱਗ ਗਿਆ ਉਹਦੀ ਭਗਤੀ ਕਰਨ, ਬੈਠ ਗਿਆ,
ਵੀ ਮੈਂ ਤਾਂ ਜੀ ਲਾ ਲਈ ਸਮਾਧੀ, ਹੁਣ ਉਦੋਂ ਉੱਠਣਾ ਜਦੋਂ ਨਹੀਂ ਆਪ ਆਉਣਾ। ਮੌਸਮ ਨੇ ਪਲਟਾ ਖਾਧਾ। ਜੋ ਅੱਜ ਕੱਲ੍ਹ ਹਾਲਾਤ ਪੰਜਾਬ ਦੇ ਬਣੇ ਹੋਏ ਹੜ੍ਹਾਂ ਵਾਲੇ, ਇੱਦਾਂ ਦੇ ਹਾਲਾਤ ਬਣ ਗਏ। ਪਾਣੀ ਆ ਗਿਆ, ਲੋਕੀ ਘਰਾਂ ਨੂੰ ਛੱਡ ਕੇ ਜਾਣ ਲੱਗੇ। ਉਹਨੂੰ ਕਹਿੰਦੇ ਬਾਬਾ ਜੀ ਚਲੋ, ਹੜ੍ਹ ਆ ਗਏ ਨੇ, ਡੁੱਬ ਜਾਣਾ ਤੁਸੀਂ, ਘਰ ਢਹਿ ਜਾਣੇ ਆ ਸਾਰੇ, ਚੱਲੋ ਇੱਥੋਂ। ਨਾ, ਕਹਿੰਦਾ ਮੈਂ ਕਿੱਥੇ, ਰੱਬ ਆਊਗਾ ਫਿਰ ਜਾਣਾ। ਠੀਕ ਹੈ ਭਾਈ, ਗਏ ਚਲੇ। ਪਾਣੀ ਵਧਿਆ, ਡੁੱਬਣ ਲੱਗ ਪਿਆ। ਅਤੇ ਜਿਹੜੇ ਰੈਸਕਿਊ ਆਪਰੇਸ਼ਨ ਵਾਲੇ ਸੀ ਉਹ ਕਿਸ਼ਤੀ ਲੈ ਕੇ ਗਏ, ਬੋਟ ਲੈ ਕੇ ਗਏ। ਮਹਾਰਾਜ ਆ ਜਾਓ। ਨਾ, ਕਹਿੰਦਾ ਰੱਬ ਆਊ ਫਿਰ ਜਾਣਾ। ਉਹਨਾਂ ਚੱਕ ਕੇ ਛੱਤ 'ਤੇ ਬਿਠਾਤਾ ਵੀ ਚਲੋ। ਇਹ ਤਾਂ ਹੁਣ ਜ਼ਿੱਦ ਪੈ ਗਿਆ। ਪਾਣੀ ਹੋਰ ਵਧਿਆ, ਛੱਤ ਤੱਕ ਪਹੁੰਚ ਗਿਆ। ਉਹ ਰੈਸਕਿਊ ਆਪਰੇਸ਼ਨ ਵਾਲੇ ਕਹਿੰਦੇ ਹੈਲੀਕਾਪਟਰ ਲੈ ਕੇ ਆ ਕੇ, ਮਹਾਰਾਜ ਆ ਜਾਓ। ਨਾ, ਰੱਬ ਆਊ। ਉਹ ਕਹਿੰਦੇ ਠੀਕ ਹੈ, ਫਿਰ ਹੁਣ ਰੱਬ ਹੀ ਆਊ। ਪਾਣੀ ਵਧਿਆ, ਡੁੱਬ ਕੇ ਮਰ ਗਿਆ। ਰੱਬ ਕੋਲੇ ਗਿਆ, ਲਾਂਭਾ ਦਿੱਤਾ ਉਹਨੂੰ। ਕਹਿੰਦਾ ਮੈਂ ਤੇਰੀ ਭਗਤੀ ਕਰਦਾ, ਤੂੰ ਮੈਨੂੰ ਬਚਾਉਣ ਨਹੀਂ ਆਇਆ। ਰੱਬ ਨੇ 2 ਧਰੀਆਂ ਪਹਿਲਾਂ ਤੇ ਉਹਦੇ, ਤੇ ਫਿਰ ਕਹਿੰਦਾ ਆਇਆ ਸੀ, ਕਈ ਰੂਪਾਂ 'ਚ ਆਇਆ ਸੀ। ਤੈਨੂੰ ਸਮਝਾਉਣ ਆਇਆ ਸੀ, ਤੈਨੂੰ ਬਚਾਉਣ ਆਇਆ ਸੀ, ਤੈਨੂੰ ਦੱਸਣ ਆਇਆ ਸੀ, ਪਰ ਤੂੰ ਨਹੀਂ ਮੈਨੂੰ ਪਛਾਣ ਪਾਇਆ, ਤੂੰ ਮੈਨੂੰ ਵੇਖ ਨਹੀਂ ਪਾਇਆ। ਮੈਂ ਤੇ ਅਨੇਕਾਂ ਰੂਪਾਂ 'ਚ ਆਇਆ ਸੀ, ਇੱਕ ਵਾਰ ਨਹੀਂ ਕਈ ਵਾਰੀ ਆਇਆ ਸੀ ਤੇਰੇ ਕੋਲ। ਮੈਨੂੰ ਤੇ ਫਿਕਰ ਸੀ ਤੇਰਾ, ਮੈਂ ਤੈਨੂੰ ਕਹਿਣ ਆਇਆ ਸੀ, ਪਰ ਤੂੰ ਤੇ ਆਪਣੀ ਜ਼ਿੱਦ ਤੇ ਬੈਠਾ ਸੀ ਨਾ, ਆਪਣੀ ਜ਼ਿੱਦ ਤੇ ਬੈਠਾ ਸੀ। ਕਹਿਣ ਨੂੰ ਇੱਕ ਕੇਵਲ ਕਹਾਣੀ ਹੈ, ਇਹਦੇ ਵਿੱਚ ਸਿੱਖਿਆ ਬੜੀ ਵੱਡੀ ਆ। ਜਿੱਥੋਂ ਵੀ ਚੰਗੀ ਗੱਲ ਸਾਨੂੰ ਕੋਈ ਸਮਝਾ ਰਿਹਾ ਹੁੰਦਾ, ਕੋਈ ਦੱਸ ਰਿਹਾ ਹੁੰਦਾ, ਪਰਮੇਸ਼ਰ ਹੀ ਹੁੰਦਾ ਜੋ ਬੋਲ ਰਿਹਾ ਹੁੰਦਾ। ਪਰ ਅਸੀਂ ਸੋਚ ਰਹੇ ਹੁੰਦੇ ਹਾਂ, ਕਿਆਫਾ ਲਾ ਰਹੇ ਹੁੰਦੇ ਹਾਂ ਕਿ ਕੋਈ ਉਹ ਵੱਖਰੇ ਅਵਤਾਰ 'ਚ ਇੱਦਾਂ ਉੱਪਰੋਂ ਆਕਾਸ਼ ਨੂੰ ਪਾੜ ਕੇ ਕੋਈ ਵੱਡਾ ਸਾਰਾ ਧਮਾਕਾ ਕਰਕੇ ਉਹ ਇੱਦਾਂ ਨਿਕਲੇਗੀ, ਹਜ਼ਾਰਾਂ ਮੈਗਾਵਾਟ ਦੀ ਬਿਜਲੀ, ਅਤੇ ਉਹ ਚਮਕੇਗੀ, ਅੱਖਾਂ 'ਚੋਂ ਦੇ ਆ ਜਾਣਗੀਆਂ, ਅਤੇ ਫਿਰ ਉਹਦੇ ਵਿੱਚੋਂ ਗੁੜ ਗੁੜ ਕਰਦਾ, ਸ਼ੋਰ ਕਰਦਾ ਉਹ ਬਾਹਰ ਨਿਕਲ ਕੇ ਆਏਗਾ, ਜਿੱਦਾਂ ਟੈਲੀਵਿਜ਼ਨਾਂ 'ਤੇ ਦੇਖਿਆ ਹੁੰਦਾ। ਇੱਦਾਂ ਨਹੀਂ ਹੈ, ਅਤੇ ਸਾਡੇ ਆਲੇ ਦੁਆਲੇ ਹੀ ਆ, ਅਨੰਤਾਂ ਰੂਪਾਂ, ਅਨੰਤਾਂ ਰੰਗਾਂ ਵਿੱਚ ਆ। ਉਹ ਤੇ ਵੇਖਦਾ, ਬੋਲਦਾ, ਸੁਣਦਾ ਸਾਨੂੰ। ਮਹਾਰਾਜ ਕਹਿੰਦੇ ਸਹਸ ਤਬ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨ ਨਾਇਕ ਤੋਹੀ ਸਹਸ ਪਦ ਬਿਮਲ ਨ ਨੇਕ ਪਦ ਗੰਧ ਬਿਨ ਸਹਸ ਤਬ ਗੰਧ ਵਿੱਚ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ। ਤੇ ਸਾਰਿਆਂ 'ਚ ਵਿਆਪਕ ਆ, ਸਾਰੀਆਂ ਅੱਖਾਂ ਉਸੇ ਦੀ ਨੇ ਜੋ ਵੇਖ ਰਹੀਆਂ ਨੇ, ਸਾਰੇ ਕੰਨ ਉਸੇ ਦੇ ਹੀ ਨੇ ਜੋ ਸੁਣ ਰਹੇ ਨੇ, ਉਹੀ ਆ ਸਭਨਾਂ ਦੇ ਵਿੱਚ। ਸੋ ਗੁਰੂ ਦੇਵ ਜੀ ਮਹਾਰਾਜ ਇੱਦਾਂ ਕਹਿ ਰਹੇ ਨੇ, ਭਾਈ ਹੈ ਸਾਰੇ ਪਾਸੇ ਵਿਆਪਕ, ਸਾਨੂੰ ਸੁਣਨਾ ਨਹੀਂ ਆਇਆ, ਸਾਨੂੰ ਵੇਖਣਾ ਨਹੀਂ ਆਇਆ, ਇਸ ਲਈ ਨਾ ਅਸੀਂ ਉਸ ਨੂੰ ਵੇਖ ਸਕੇ, ਨਾ ਅਸੀਂ ਉਸ ਨੂੰ ਸੁਣ ਸਕੇ, ਨਾ ਉਸ ਨੂੰ ਗਾ ਸਕੇ। ਪਰ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਕਿਰਪਾ ਤੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਨ ਵਿੱਚ ਚਾਨਣ ਹੁੰਦਾ ਹੈ। ਕਿਰਪਾ ਤੇ ਹੋਏ ਪ੍ਰਗਾਸ, ਚਾਨਣ, ਮੱਤ ਆਉਂਦੀ ਮਨ ਨੂੰ, ਤੇ ਮਨ ਨੂੰ ਮੱਤ ਤੇ ਹੁਣ ਸਤਿਗੁਰੂ ਸਾਨੂੰ ਦਿੰਦੇ ਪਏ ਨੇ ਪਾਵਨ ਬਾਣੀ ਵਿੱਚੋਂ। ਇਹ ਤੇ ਆਪਣੀ ਦੇਰੀ ਹੈ ਸਾਧ ਸੰਗਤ, ਜਿੰਨੀ ਛੇਤੀ ਅਸੀਂ ਗੁਰੂ ਨਾਲ ਜੁੜ ਜਾਵਾਂਗੇ ਓਨੀ ਛੇਤੀ ਸਾਡੇ ਮਨ ਦੇ ਅੰਦਰ ਚਾਨਣ ਹੋ ਜਾਏਗਾ, ਰੋਸ਼ਨੀ ਆ ਜਾਏਗੀ। ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭੂ ਦੀ ਕਿਰਪਾ ਦੇ ਨਾਲ ਮਨ ਰੂਪੀ ਕਮਲ ਫੁੱਲ ਹੀ ਨਹੀਂ ਖਿੜ ਜਾਣਾ ਵਾ। ਮਨ ਰੂਪੀ ਕਮਲ ਫੁੱਲ, ਕਮਲ ਦਾ ਫੁੱਲ ਕਦੋਂ ਖਿੜਦਾ ਆ ਜੀ? ਜਦੋਂ ਸੂਰਜ ਦੀ ਰੌਸ਼ਨੀ ਉਹਦੇ ਉੱਪਰ ਪੈਂਦੀ, ਫੁੱਲ ਉਸੇ ਵੇਲੇ ਖਿੜਦਾ ਨਾ। ਰਾਤ ਨੂੰ ਫੁੱਲ ਅਕਸਰ ਇਕੱਠੇ ਹੋ ਜਾਂਦੇ ਨੇ, ਧੁੱਪ ਚਾਨਣ ਜਦੋਂ ਉਹਨਾਂ ਨੂੰ ਮਿਲਦਾ ਤੇ ਉਹ ਖਿੜ ਜਾਂਦੇ ਨੇ, ਪੂਰੇ ਜੋਬਨ ਤੇ ਆ ਜਾਂਦੇ ਹੈ। ਮਨ ਕਿਸ ਵੇਲੇ ਖੇੜੇ ਵਿੱਚ ਆਉਂਦਾ? ਜਦੋਂ ਮਨ ਨੂੰ ਸਤਿਗੁਰ ਸਾਹਿਬ ਦਾ ਉਪਦੇਸ਼, ਗੁਰੂ ਸਾਹਿਬ ਦੀ ਸਿੱਖਿਆ ਮਿਲਦੀ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭੂ ਦੀ ਕਿਰਪਾ ਨਾਲ, ਮਤਲਬ ਸਤਿਗੁਰੂ ਦੇ ਉਪਦੇਸ਼ ਦੇ ਨਾਲ ਮਨ ਵਿੱਚ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਮਨ ਅੰਦਰ ਸਦਾ ਵਿਗਾਸ ਪੈਦਾ ਹੋ ਜਾਣਾ ਹੈ। ਮਹਾਰਾਜ ਅੱਗੋਂ ਕਹਿਣ ਲੱਗੇ, ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ। ਪ੍ਰਭ ਸੋ ਪ੍ਰਸੰਨ, ਜਦੋਂ ਪ੍ਰਭੂ ਜੀ ਪ੍ਰਸੰਨ ਹੁੰਦੇ ਆ, ਖੇੜੇ ਵਿੱਚ ਦਇਆ ਰਹਿਮਤ ਦੇ ਘਰ ਵਿੱਚ ਆਉਂਦੇ ਆ, ਵਸੈ ਮਨ ਸੋਏ, ਤਾਂ ਮਨ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਹੈ। ਪ੍ਰਭੂ ਦਇਆ ਤੇ ਮਤ ਊਤਮ, ਪ੍ਰਭ ਦਇਆ ਤੇ ਮਤ ਊਤਮ ਹੋਵੇ, ਵਾਹਿਗੁਰੂ ਦੀ ਦਇਆ ਦੇ ਨਾਲ ਮਤ ਉੱਤਮ ਚੰਗੀ ਹੋ ਜਾਂਦੀ ਹੈ, ਮਤ ਵਧੀਆ ਬਣ ਜਾਂਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪਹੁ ਕਛੂ ਨ ਕਿਨਹੂ ਲਿਆ। ਸਰਬ ਨਿਧਾਨ ਮਤਲਬ ਸਾਰੇ ਹੀ ਖਜ਼ਾਨੇ, ਪ੍ਰਭ ਤੇਰੀ ਮਾਇਆ,
तेरी माया विच, तेरी रहमत विच, तेरी कृपा विच सारे ही खजाने पए हन। आपों कछू न किन्हू लया। ਕਿਸੇ ਵੀ ਮਨੁੱਖ ਨੇ ਆਪਣੇ ਯਤਨਾਂ ਨਾਲ ਕੁਝ ਵੀ ਪ੍ਰਾਪਤ ਨਹੀਂ ਕੀਤਾ। ਭਾਵ ਜੋ ਵੀ ਮਿਲਿਆ ਹੈ, ਛੋਟੀ ਤੋਂ ਵੱਡੀ ਹਰ ਪ੍ਰਾਪਤੀ ਉਸ ਦੀ ਰਹਿਮਤ ਨਾਲ, ਉਸ ਦੀ ਕਿਰਪਾ ਨਾਲ ਹੋਈ ਹੈ। ਜ਼ਿੰਦਗੀ 'ਚ ਜੋ ਮਿਲਿਆ ਵਾ, ਨਿੱਕੀਆਂ ਨਿੱਕੀਆਂ ਚੀਜ਼ਾਂ ਪ੍ਰਾਪਤੀਆਂ ਨੂੰ ਗਿਣਨਾ ਸ਼ੁਰੂ ਕਰ ਦਈਏ, ਹੁਣ ਤੱਕ ਜੋ ਜੋ ਮਿਲਿਆ ਵਾ ਸਭ ਉਸ ਦੀ ਰਹਿਮਤ ਨਾਲ ਪ੍ਰਾਪਤ ਹੋਇਆ ਹੈ। ਉਸ ਨੂੰ ਧਿਆਨ ਵਿੱਚ ਰੱਖਣ ਦੀ ਗੱਲ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਇੱਥੇ ਆ ਕੇ ਅਸ਼ਟਪਦੀ ਸੰਪੂਰਨ ਹੋਈ। ਜਿਤ ਜਿਤ ਲਾਵੋ, ਹੇ ਵਾਹਿਗੁਰੂ ਜੀ, ਜਿਵੇਂ ਜਿਵੇਂ ਤੁਸੀਂ ਜੋੜਦੇ ਹੋ, ਤਿਤ ਲੱਗੈ ਹਰ ਨਾਥ, ਤਿਵੇਂ ਤਿਵੇਂ ਜੀਵ ਤੇਰੇ ਨਾਲ ਜੁੜਦੇ ਜਾਂਦੇ ਹਨ। ਨਾਨਕ ਇਨ ਕੈ ਕਛੂ ਨਾ ਹਾਥ, ਇਹਨਾਂ ਦੇ ਆਪਣੇ ਹੱਥ ਵੱਸ ਕੁਝ ਵੀ ਨਹੀਂ ਹੈ। ਭਾਵ ਸਾਨੂੰ ਨਾ ਗੁਰੂ ਸਾਹਿਬ ਨੇ ਪਤਾ ਕਿਉਂ ਆਖਿਆ ਕਿ ਸਾਡੇ ਹੱਥ ਵੱਸ ਕੁਝ ਵੀ ਨਹੀਂ। ਅਸਲ ਵਿੱਚ ਅਸੀਂ ਇੱਕ ਵੇਲ ਦੀ ਤਰ੍ਹਾਂ ਹਾਂ। ਜਿੱਦਾਂ ਵੇਲ ਨੂੰ ਉੱਚਿਆਂ ਚੜ੍ਹਨ ਲਈ ਸਹਾਰਾ ਚਾਹੀਦਾ ਹੁੰਦਾ, ਤੇ ਨੀਵੇਂ ਡਿੱਗਣ ਲਈ ਵੀ ਉਹਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ ਹੁੰਦਾ ਵਾ। ਜੇ ਗਰਾਊਂਡ ਲੈਵਲ 'ਤੇ ਉਹ ਉੱਥੇ ਹੀ ਖਿਲਰੀ ਖੁਲਰੀ ਜੇ ਜਾਏਗੀ ਆਸੇ ਪਾਸੇ। ਸਾਡਾ ਮਨ, ਸਾਡੀ ਸੁਰਤ ਇੱਦਾਂ ਦੀ ਹੀ ਹੈ, ਇਹਦੇ ਆਪਣੇ ਵੱਸ ਕੁਝ ਵੀ ਨਹੀਂ। ਇਹਨੂੰ ਸਾਥ ਜੇ ਗੁਰੂ ਦਾ ਮਿਲ ਗਿਆ, ਇਹਨੇ ਉੱਚੀ ਉੱਡ ਜਾਣਾ। ਇਹਨੂੰ ਸਾਥ ਜੇ ਮਾਇਆ ਦਾ ਮਿਲ ਗਿਆ, ਇਹਨੇ ਹੇਠਾਂ ਰਸਾਤਲ ਵਿੱਚ ਡਿੱਗ ਜਾਣਾ ਹੈ। ਸੋ ਭਲਾ ਹੋਵੇਗਾ ਜੇਕਰ ਅਸੀਂ ਗੁਰੂ ਦਾ ਸਾਥ, ਗੁਰੂ ਦੀ ਸੰਗਤ ਆਪਣੇ ਮਨ ਨੂੰ ਦਿਆਂਗੇ, ਤਾਂ ਜੋ ਇਹ ਮਨ ਉੱਤਮ ਹੋ ਜਾਏ, ਚੰਗਾ ਹੋ ਜਾਏ। ਸੋ ਇੱਥੇ ਆ ਕੇ 6ਵੀਂ ਅਸ਼ਟਪਦੀ ਦੀ ਸੰਪੂਰਨਤਾ ਹੀ ਹੋਈ। ਗੁਰੂ ਸਾਹਿਬ ਨੇ ਦੱਸਿਆ ਕਿ ਕਾਮ, ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਵਿਸ਼ੇ ਵਿਕਾਰ ਕਿਵੇਂ ਬਿਨਸਨ, ਕਿਵੇਂ ਖਤਮ ਹੋਣ, ਉਹਦਾ ਤਰੀਕਾ ਦੱਸਿਆ ਹੈ। ਅਕਾਲ ਪੁਰਖ ਦੇ ਜੋ ਜੋ ਉਪਕਾਰ ਸਾਡੇ ਉੱਪਰ ਹਨ, ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਸਦਾ ਆਪਣੇ ਮਨ ਨੂੰ ਉਸ ਦੀ ਹਜ਼ੂਰੀ ਦਾ ਅਹਿਸਾਸ ਤੇ ਅਨੁਭਵ ਕਰਵਾਈਏ, ਤਾਂ ਜੋ ਇਹ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ। ਇੰਨੀ ਬੇਨਤੀ ਆਪ ਜੀਆਂ ਨੇ ਪ੍ਰਵਾਨ ਕਰਨੀ। ਗੁਰਮਤ ਵਿਚਾਰ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਆਪ ਜੀਆਂ ਨੇ ਖਿਮਾ ਬਖਸ਼ਣੀ। ਆਓ ਅਗਲੇਰੇ ਸਮੇਂ ਲਈ ਅਤੀ ਸਨਮਾਨਯੋਗ ਗੁਰੂ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ, ਉਹਨਾਂ ਦਾ ਜਥਾ ਆਪ ਸਿੱਖ ਸੰਗਤ ਨੂੰ ਗੁਰ ਸ਼ਬਦ ਕੀਰਤਨ ਨਾਲ ਜੋੜੇਗਾ। ਇਸੇ ਤਰ੍ਹਾਂ ਜੁੜ ਮਿਲ ਆਪ ਜੀਆਂ ਨੇ ਲਾਹੇ ਪ੍ਰਾਪਤ ਕਰਨੇ। ਸਰਬੱਤ ਸੰਗਤ ਨੂੰ ਜੀ ਆਇਆਂ, ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।